ਵੈਲਕਮ ਫਰੈਂਡ, ਸਵਾਗਤ ਹੈ ਜੀ ਤੁਹਾਡਾ ਅੱਜ ਦੀ ਆਪਣੀ ਨਿਊ ਵੀਡੀਓ ਵਿੱਚ, ਜਿਸ ਦਾ ਨਾਮ ਹੈ ਜੀ ਮਾਨਚਿੱਤਰ ਯਾਨੀ ਕਿ ਮੈਪਸ। ਅੱਜ ਦੇ ਆਪਾਂ ਚੈਪਟਰ ਵਿੱਚ ਪੜਾਂਗੇ ਜੀ ਕਿ ਮੈਪਸ ਕੀ ਹੁੰਦੇ ਨੇ, ਇਹ ਆਪਣੀ ਕਿਵੇਂ ਸਹਾਇਤਾ ਕਰਦੇ ਨੇ ਤੇ ਕਿਸ ਕਿਸ ਟਾਈਪ ਦੇ ਮੈਪ ਹੁੰਦੇ ਨੇ। ਜੋ ਅੱਜ ਦਾ ਆਪਣਾ ਚੈਪਟਰ ਹੈ ਜੀ, ਇਹ 6th ਕਲਾਸ ਦੀ ਜੀਓਗ੍ਰਾਫੀ ਦਾ 4th ਲੈਸਨ ਹੈ। 3 ਲੈਸਨਾਂ ਦੀਆਂ ਵੀਡੀਓਜ਼ ਆਲਰੇਡੀ ਆਪਣੇ ਚੈਨਲ ਤੇ ਅਪਲੋਡ ਆ ਜੀ, ਤੇ NCERT ਵਿੱਚ ਪੰਜਾਬੀ ਦੀਆਂ ਵੀਡੀਓਜ਼ ਤੁਹਾਨੂੰ ਕੇਵਲ ਪੰਜਾਬ ਐਜੂਕੇਸ਼ਨ ਚੈਨਲ ਤੇ ਹੀ ਮਿਲਣਗੀਆਂ ਜੀ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਆਓ ਜੀ ਹੁਣ ਆਪਾਂ ਦੇਖਦੇ ਹਾਂ ਕਿ ਮੈਪਸ ਕੀ ਹੁੰਦੇ ਆ। ਸਭ ਤੋਂ ਪਹਿਲਾਂ ਵੇਖ ਲੈਂਦੇ ਹਾਂ ਜੀ ਆਪਾਂ ਉਹ ਮੁੱਖ ਬਿੰਦੂ ਜਿਨ੍ਹਾਂ ਬਾਰੇ ਅੱਜ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ। ਪਹਿਲਾ ਹੈ ਜੀ ਨਕਸ਼ਾ। ਆਪਾਂ ਜਾਣਾਂਗੇ ਜੀ ਨਕਸ਼ਾ ਕੀ ਹੈ ਤੇ ਆਪਣੀ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ, ਕਿਸ ਨੂੰ ਨਕਸ਼ਾ ਬੋਲਿਆ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਨਕਸ਼ਿਆਂ ਦੀਆਂ ਕਿਸਮਾਂ, ਕਿਸ ਕਿਸ ਡਿਫਰੈਂਟ ਟਾਈਪਸ ਦੇ ਨਕਸ਼ੇ ਹੁੰਦੇ ਆ ਉਹਨਾਂ ਬਾਰੇ ਜੀ ਆਪਾਂ ਗੱਲ ਕਰਾਂਗੇ। ਉਹਨਾਂ ਵਿੱਚ ਆਪਣੇ ਸਾਹਮਣੇ 3 ਟਾਈਪ ਦੇ ਨਕਸ਼ੇ ਆਉਂਦੇ ਆ ਜੀ, ਭੌਤਿਕ ਨਕਸ਼ਾ, ਰਾਜਨੀਤਿਕ ਨਕਸ਼ਾ ਤੇ ਥੀਮੈਟਿਕ ਨਕਸ਼ਾ। ਇਹ ਜਾਣਾਂਗੇ ਜੀ ਕਿ ਇਹ ਨਕਸ਼ੇ ਕੀ ਹੁੰਦੇ ਆ। ਉਸ ਤੋਂ ਬਾਅਦ ਦੇਖਾਂਗੇ ਜੀ ਆਪਾਂ ਨਕਸ਼ਿਆਂ ਦੇ ਭਾਗ, ਜਾਂ ਜਿਨ੍ਹਾਂ ਨੂੰ ਨਕਸ਼ਿਆਂ ਦੇ ਘਟਕ ਕਿਹਾ ਜਾਂਦਾ, ਇੰਗਲਿਸ਼ 'ਚ ਕੰਪੋਨੈਂਟਸ ਆਫ ਮੈਪਸ ਕਿਹਾ ਜਾਂਦਾ ਹੈ ਜੀ, ਉਹਨਾਂ ਬਾਰੇ ਗੱਲ ਕਰਾਂਗੇ। ਉਸ ਤੋਂ ਬਾਅਦ ਦੇਖਾਂਗੇ ਜੀ ਆਪਾਂ ਰੇਖਾ ਚਿੱਤਰ ਬਾਰੇ, ਤੇ ਲਾਸਟ ਵਿੱਚ ਆਪਾਂ ਗੱਲ ਕਰਾਂਗੇ ਜੀ ਕਿ ਖਾਕਾ ਕੀ ਹੁੰਦਾ ਹੈ। ਆਓ ਜੀ ਹੁਣ ਆਪਾਂ ਨਕਸ਼ਾ ਜਾਣਦੇ ਹਾਂ ਕਿ ਕਿਸ ਨੂੰ ਨਕਸ਼ਾ ਕਿਹਾ ਜਾਂਦਾ ਹੈ। ਨਕਸ਼ੇ ਕੀ ਹਨ, ਇਹ ਜਾਣਨ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਜੀ ਕਿ ਆਪਾਂ ਨੂੰ ਕਿਉਂ ਨਕਸ਼ਿਆਂ ਦੀ ਲੋੜ ਪੈਂਦੀ ਹੈ। ਜਿਵੇਂ ਕਿ ਆਪਣੀ ਲਾਸਟ ਵੀਡੀਓ ਵਿੱਚ ਜੋ ਕਿਸੇ ਦੀ ਗਲੋਬ, ਉਹਦੇ ਵਿੱਚ ਆਪਾਂ ਦੇਖਿਆ ਸੀ ਕਿ ਧਰਤੀ ਬਹੁਤ ਵੱਡੀ ਹੈ ਜੀ ਤੇ ਉਹ ਗੋਲ ਹੈ। ਉਸੇ ਦਾ ਹੀ ਇੱਕ ਛੋਟਾ ਪ੍ਰਤੀਰੂਪ ਬਣਾਇਆ ਜਾਂਦਾ ਹੈ ਜੀ, ਜਿਸ ਨੂੰ ਗਲੋਬ ਕਿਹਾ ਜਾਂਦਾ ਹੈ। ਉਹ ਵੀ ਗੋਲ ਆਕਾਰ ਦਾ ਹੁੰਦਾ ਹੈ। ਜੋ ਗਲੋਬ ਹੈ ਜੀ, ਇਸ ਤੋਂ ਆਪਾਂ ਧਰਤੀ ਦੇ ਸੰਪੂਰਨ ਧਰਤੀ ਦਾ ਅਧਿਐਨ ਕਰ ਸਕਦੇ ਹਾਂ। ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜੀ ਕਿ ਧਰਤੀ ਉੱਪਰ ਕਿਹੜੀ ਜਗ੍ਹਾ ਕਿੱਥੇ ਮੌਜੂਦ ਹੈ, ਕਿ ਕਿੰਨੇ ਮਹਾਸਾਗਰ ਨੇ, ਉਹ ਕਿੱਥੇ ਕਿੱਥੇ ਮੌਜੂਦ ਆ। ਪਰ ਗਲੋਬ ਤੋਂ ਵੀ ਅਧਿਐਨ ਕਰਨ ਦੀਆਂ ਕੁਝ ਲਿਮਿਟਸ ਹੁੰਦੀਆਂ ਜੀ। ਮੰਨ ਲਓ ਕਿ ਆਪਾਂ ਜੀ ਇਕੱਲੇ ਭਾਰਤ ਦੇਸ਼ ਬਾਰੇ ਕੁਛ ਜਾਣਨਾ ਹੈ, ਤਾਂ ਗਲੋਬ ਤੋਂ ਜੀ ਆਪਾਂ ਨੂੰ ਇੰਨੀ ਜ਼ਿਆਦਾ ਡਿਟੇਲ ਵਿੱਚ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਣੀ ਜਿੰਨੀ ਆਪਾਂ ਨੂੰ ਇੱਕ ਨਕਸ਼ੇ ਤੋਂ ਪ੍ਰਾਪਤ ਹੋਏਗੀ, ਇੱਕ ਮੈਪ ਤੋਂ ਪ੍ਰਾਪਤ ਹੋਏਗੀ। ਇਸ ਤੋਂ ਆਪਾਂ ਨੂੰ ਇੰਨਾ ਤਾਂ ਪਤਾ ਲੱਗ ਗਿਆ ਹੈ ਜੀ ਕਿ ਜੇਕਰ ਆਪਾਂ ਕਿਸੇ ਇੱਕ ਛੋਟੇ ਭਾਗ ਦੀ, ਯਾਨੀ ਕਿ ਕਿਸੇ ਦੇਸ਼ ਦੀ ਜਾਂ ਦੇਸ਼ ਦੇ ਵੀ ਕਿਸੇ ਪ੍ਰਾਂਤ ਜਾਂ ਉਸ ਦੇ ਕਿਸੇ ਸ਼ਹਿਰ ਦੀ ਆਪਾਂ ਜਾਣਕਾਰੀ ਪ੍ਰਾਪਤ ਕਰਨੀ ਹੈ, ਉਹਦਾ ਅਧਿਐਨ ਕਰਨਾ ਹੈ, ਤੇ ਜੀ ਆਪਾਂ ਨੂੰ ਉਸ ਲਈ ਮੈਪ ਦੀ ਜ਼ਰੂਰਤ ਹੁੰਦੀ ਹੈ। ਹੁਣ ਆਪਾਂ ਜਾਣਦੇ ਹਾਂ ਜੀ ਕਿ ਮੈਪ ਕੀ ਹੁੰਦੇ ਆ। ਮੈਪ ਹੁੰਦੇ ਆ ਜੀ ਕਿਸੇ ਪੂਰੀ ਧਰਤੀ ਨੂੰ ਜਾਂ ਧਰਤੀ ਦੇ ਕਿਸੇ ਇੱਕ ਭਾਗ ਨੂੰ, ਚਾਹੇ ਤੁਸੀਂ ਦੇਸ਼ ਮੰਨ ਲਓ, ਕੋਈ ਮਹਾਦੀਪ ਜਾਂ ਕੋਈ ਸ਼ਹਿਰ ਜਾਂ ਕੋਈ ਪਿੰਡ, ਉਸ ਦੇ ਜੀ ਪ੍ਰਤੀਰੂਪ ਨੂੰ ਇੱਕ ਸਮਤਲ ਸਤ੍ਹਾ 'ਤੇ ਇੱਕ ਪੇਪਰ 'ਤੇ ਬਣਾਉਣ ਨੂੰ ਕਿਹਾ ਜਾਂਦਾ ਹੈ ਜੀ ਮੈਪ। ਇਹ ਵੀ ਜੀ ਇੱਕ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ। ਜਿਵੇਂ ਆਪਾਂ ਨੂੰ ਪਤਾ ਹੈ ਜੀ ਕਿ ਗਲੋਬ ਨੂੰ ਵੀ ਇੱਕ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ। ਜਿਸ ਤਰ੍ਹਾਂ ਵਾਸਤਵਿਕ ਧਰਤੀ 'ਤੇ ਜੀ ਵੱਖ-ਵੱਖ ਥਾਵਾਂ ਮੌਜੂਦ ਆ, ਉਸੇ ਤਰ੍ਹਾਂ ਹੀ ਗਲੋਬ 'ਤੇ ਮੌਜੂਦ ਹੁੰਦੀਆਂ। ਉਸੇ ਤਰ੍ਹਾਂ ਹੀ ਜੀ ਮੈਪ 'ਤੇ ਵੀ ਸਭ ਜਗ੍ਹਾ ਨੂੰ ਮੌਜੂਦ ਕੀਤਾ ਜਾਂਦਾ ਹੈ। ਇੱਦਾਂ ਨਹੀਂ ਹੁੰਦਾ ਕਿ ਆਪਣੀ ਸੋਚ ਅਨੁਸਾਰ ਆਪਾਂ ਕੋਈ ਵੀ ਜਗ੍ਹਾ ਨੂੰ ਕਿਤੇ ਵੀ ਬਣਾ ਦਾਂਗੇ, ਕਿਸੇ ਵੀ ਚੀਜ਼ ਦਾ ਆਕਾਰ ਵੱਡਾ ਛੋਟਾ ਕਰ ਦੇਵਾਂਗੇ। ਉਸ ਨੂੰ ਇੱਕ ਨਿਸ਼ਚਿਤ ਪੈਮਾਨੇ ਦੇ ਅਨੁਸਾਰ ਬਣਾਇਆ ਜਾਂਦਾ ਹੈ। ਇੱਥੇ ਜੀ ਨਕਸ਼ੇ ਦੀ ਇੱਕ ਲਿਮਿਟ ਆ, ਕਿਉਂਕਿ ਜੀ ਧਰਤੀ ਗੋਲ ਆ, ਅਤੇ ਕਿਸੇ ਵੀ ਗੋਲ ਆਕਾਰ ਦੀ ਚੀਜ਼ ਨੂੰ ਜੀ ਜਦੋਂ ਆਪਾਂ ਇੱਕ ਚਪਟੀ ਸਤ੍ਹਾ 'ਤੇ ਬਣਾਉਂਦੇ ਹਾਂ ਅਤੇ ਉਸ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਸ ਹੋ ਜਾਂਦਾ ਹੈ। ਇਸੇ ਲਈ ਜੀ ਜਦੋਂ ਤੁਸੀਂ ਕਿਸੇ ਦੇਸ਼ ਨੂੰ ਜਾਂ ਕਿਸੇ ਜਗ੍ਹਾ ਨੂੰ ਮੈਪ 'ਤੇ ਦੇਖੋਗੇ ਤਾਂ ਉਹ ਥੋੜ੍ਹਾ ਅਲੱਗ ਲੱਗ ਸਕਦਾ ਹੈ, ਅਤੇ ਉਸੇ ਚੀਜ਼ ਨੂੰ ਤੁਸੀਂ ਜਾਂ ਉਸੇ ਦੇਸ਼ ਨੂੰ ਜਦੋਂ ਤੁਸੀਂ ਗਲੋਬ ਦੇ ਉੱਪਰ ਦੇਖੋਗੇ ਤਾਂ ਉਸ ਦੇ ਆਕਾਰ ਵਿੱਚ ਥੋੜ੍ਹੀ ਜਿਹੀ ਭਿੰਨਤਾ ਹੋਏਗੀ। ਜਿਵੇਂ ਕਿ ਜੀ ਆਪਾਂ ਗੱਲ ਕਰ ਸਕਦੇ ਹਾਂ ਸਾਊਥ ਪੋਲ ਅਤੇ ਨੌਰਥ ਪੋਲ ਦੀ, ਉੱਤਰੀ ਧਰੁਵ ਅਤੇ ਦੱਖਣੀ ਧਰੁਵ। ਜੇਕਰ ਤੁਸੀਂ ਉਸ ਨੂੰ ਗਲੋਬ 'ਤੇ ਦੇਖੋਗੇ ਤਾਂ ਜੀ ਉਹ ਛੋਟਾ ਦਿਖਾਈ ਦੇਗਾ। ਜੇ ਉਸੇ ਨੂੰ ਤੁਸੀਂ ਮੈਪ 'ਤੇ ਦੇਖੋਗੇ ਤਾਂ ਮੈਪ 'ਤੇ ਉਹ ਜ਼ਿਆਦਾ ਵੱਡਾ ਆਕਾਰ ਘੇਰੇਗਾ, ਕਿਉਂਕਿ ਮੈਪ 'ਤੇ ਉਸ ਨੂੰ ਜੀ ਇੱਕ ਸਮਤਲ ਸਤ੍ਹਾ 'ਤੇ ਬਣਾ ਦਿੱਤਾ ਜਾਂਦਾ ਹੈ। ਮੈਪ ਕੀ ਹੈ ਅਤੇ ਮੈਪ ਦੀ ਆਪਾਂ ਨੂੰ ਜ਼ਰੂਰਤ ਕੀ ਹੈ, ਇਹ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਮੈਪ ਦੀਆਂ ਵੱਖ-ਵੱਖ ਟਾਈਪਸ, ਯਾਨੀ ਕਿ ਮੈਪ ਕਿੰਨੇ ਕਿਸਮਾਂ ਦਾ ਰਹਿ ਜਾਂਦਾ ਹੈ, ਅਤੇ ਉਹਨਾਂ ਬਾਰੇ ਜੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ। ਆਓ ਜੀ ਹੁਣ ਆਪਾਂ ਵੇਖਦੇ ਹਾਂ ਮੈਪ ਦੀਆਂ ਕਿਸਮਾਂ। ਨਕਸ਼ਾ ਕੀ ਹੈ, ਇਹ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਨਕਸ਼ਿਆਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ। 3 ਕਿਸਮ ਦੇ ਨਕਸ਼ੇ ਪਾਏ ਜਾਂਦੇ ਆ ਜੀ, ਉਹ ਕਿਹੜੇ ਕਿਹੜੇ ਆ? ਪਹਿਲਾ ਹੈ ਭੌਤਿਕ ਨਕਸ਼ਾ, ਦੂਜਾ ਹੁੰਦਾ ਹੈ ਜੀ ਰਾਜਨੀਤਿਕ ਨਕਸ਼ਾ, ਅਤੇ ਤੀਜਾ ਹੈ ਜੀ ਥੀਮੈਟਿਕ ਨਕਸ਼ਾ। ਹੁਣ ਆਪਾਂ ਜਾਣਾਂਗੇ ਜੀ ਇਹ ਤਿੰਨੋਂ ਪ੍ਰਕਾਰ ਦੇ ਨਕਸ਼ਿਆਂ ਵਿੱਚ ਕੀ ਕੀ ਡਿਫਰੈਂਸ ਹੈ ਅਤੇ ਇਹਨਾਂ ਦੀ ਕੀ ਪਰਿਭਾਸ਼ਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਜੀ ਭੌਤਿਕ ਨਕਸ਼ਾ ਕਿਸ ਨੂੰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਭੌਤਿਕ ਨਕਸ਼ਾ।
ਭੌਤਿਕ ਨਕਸ਼ਾ ਉਹ ਨਕਸ਼ੇ ਨੂੰ ਕਿਹਾ ਜਾਂਦਾ ਹੈ ਜੀ ਜੋ ਧਰਤੀ ਦੀਆਂ ਪ੍ਰਕਿਰਤਿਕ ਆਕਿਰਤੀਆਂ ਹੁੰਦੀਆਂ ਜੀ ਉਹਨਾਂ ਨੂੰ ਦਰਸਾਉਂਦਾ ਹੈ, ਜਿਵੇਂ ਕਿ ਧਰਤੀ ਦੇ ਉੱਪਰ ਪਹਾੜ ਆ, ਮਹਾਸਾਗਰ ਆ, ਪਠਾਰ, ਨਦੀਆਂ। ਜਿਸ ਨਕਸ਼ੇ ਵਿੱਚ ਇਹਨਾਂ ਨੂੰ ਦਰਸਾਇਆ ਜਾਂਦਾ ਹੈ ਜੀ ਉਹ ਨਕਸ਼ਾ ਭੌਤਿਕ ਨਕਸ਼ਾ ਅਖਵਾਉਂਦਾ ਹੈ। ਜਿਵੇਂ ਤੁਸੀਂ ਅੱਜ ਹੀ ਚਿੱਤਰ ਵਿੱਚ ਦੇਖ ਰਹੇ ਹੋ, ਇਸ ਵਿੱਚ ਪਰਬਤ ਲੜੀ ਨੂੰ ਦਰਸਾਇਆ ਗਿਆ ਹੈ ਜੀ, ਚੋਟੀ ਨੂੰ, ਦर्रे ਨੂੰ। ਇਸ ਪ੍ਰਕਾਰ ਇੱਥੇ ਜੀ ਕਿਸੇ ਵੀ ਦੇਸ਼ ਦੀ ਜਾਂ ਜ਼ਿਲ੍ਹੇ ਦੀ ਜਾਂ ਸਟੇਟ ਦੀ ਹੱਦ ਨਹੀਂ ਦਿਖਾਈ ਗਈ, ਇੱਥੇ ਕੇਵਲ ਜੀ ਜੋ ਭੌਤਿਕ ਆਕਿਰਤੀਆਂ ਜੋ ਉਹਨਾਂ ਨੂੰ ਹੀ ਦਰਸਾਇਆ ਗਿਆ ਹੈ। ਇਸੇ ਕਰਕੇ ਇਸ ਨਕਸ਼ੇ ਨੂੰ ਜੀ ਭੌਤਿਕ ਨਕਸ਼ਾ ਕਿਹਾ ਜਾਂਦਾ ਹੈ। ਭੌਤਿਕ ਨਕਸ਼ੇ ਤੋਂ ਬਾਅਦ ਦੇਖਦੇ ਹਾਂ ਜੀ ਆਪਾਂ ਨਕਸ਼ਿਆਂ ਦੀ ਦੂਸਰੀ ਕਿਸਮ, ਇਹ ਹੈ ਜੀ ਰਾਜਨੀਤਿਕ ਨਕਸ਼ਾ। ਇਹ ਰਾਜਨੀਤਿਕ ਨਕਸ਼ਾ ਕਿਹੜਾ ਹੁੰਦਾ ਹੈ ਜੀ, ਹੁਣ ਆਪਾਂ ਇਸ ਨੂੰ ਦੇਖਦੇ ਹਾਂ। ਇਸ ਤਰ੍ਹਾਂ ਦੇ ਨਕਸ਼ੇ ਵਿੱਚ ਜੀ ਕਿਸੇ ਦੇਸ਼, ਰਾਜ ਜਾਂ ਸ਼ਹਿਰ ਦੀਆਂ ਹੱਦਾਂ ਨੂੰ ਦਰਸਾਇਆ ਜਾਂਦਾ ਹੈ। ਜਿਵੇਂ ਤੁਸੀਂ ਚਿੱਤਰ 'ਚ ਦੇਖ ਰਹੇ ਹੋ ਜੀ, ਭਾਰਤ ਦੇਸ਼ ਦਾ ਨਕਸ਼ਾ ਹੈ। ਜੋ ਆਪਾਂ ਭੌਤਿਕ ਨਕਸ਼ਾ ਵੇਖਿਆ ਸੀ ਜੀ, ਉਸ ਵਿੱਚ ਕੇਵਲ ਉਸ ਦੀਆਂ ਜੋ ਪ੍ਰਕਿਰਤਿਕ ਆਕਿਰਤੀਆਂ ਬਣੀਆਂ ਹੋਈਆਂ ਸੀ, ਜਿਵੇਂ ਕਿ ਨਦੀਆਂ, ਪਠਾਰ, ਪਹਾੜ ਜੀ, ਉਹਨਾਂ ਨੂੰ ਦਰਸਾਇਆ ਗਿਆ ਸੀ। ਇਸ ਵਿੱਚ ਕੀ ਹੈ ਜੀ, ਇਸ ਵਿੱਚ ਵੱਖ-ਵੱਖ ਪ੍ਰਾਂਤਾਂ ਦੀਆਂ ਹੱਦਾਂ ਨੂੰ ਦਰਸਾਇਆ ਗਿਆ ਹੈ। ਇਹ ਹੱਦਾਂ ਜੀ ਮੇਡ ਹੁੰਦੀਆਂ, ਇਹ ਬੰਦੇ ਦੁਆਰਾ ਬਣਾਈਆਂ ਗਈਆਂ। ਇੱਥੇ ਇੱਦਾਂ ਤਾਂ ਹੈ ਨਹੀਂ ਵੀ ਕੋਈ ਵੀ ਇੱਥੇ ਜੀ ਕੁਦਰਤੀ ਪਹਾੜ ਜਾਂ ਕੁਛ ਹੋਰ ਆ ਜਿਹਦੇ ਨਾਲ ਹੱਦ ਬਣਦੀ ਹੈ। ਉਹ ਨਕਸ਼ਾ ਜੀ ਜੋ ਮੇਡ ਹੱਦਾਂ ਨੂੰ ਦਿਖਾਵੇ, ਜੋ ਕਿਸੇ ਵੀ ਦੇਸ਼ ਦੀਆਂ ਜਾਂ ਪੂਰੇ ਸੰਸਾਰ ਦੀਆਂ ਜੀ ਰਾਜਨੀਤਿਕ ਹੱਦਾਂ ਨੂੰ ਦਿਖਾਵੇ, ਉਸ ਨੂੰ ਕਿਹਾ ਜਾਂਦਾ ਹੈ ਰਾਜਨੀਤਿਕ ਨਕਸ਼ਾ। ਇਹ ਯਾਦ ਰੱਖੋ ਜੀ, ਇਹ ਪੂਰੇ ਭਾਰਤ ਦਾ ਵੀ ਹੋ ਸਕਦਾ ਹੈ, ਕਿਸੇ ਇੱਕ ਪ੍ਰਾਂਤ ਦਾ ਵੀ ਹੋ ਸਕਦਾ ਹੈ ਜੀ, ਸ਼ਹਿਰ ਦਾ ਵੀ ਹੋ ਸਕਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਜੀ ਰਾਜਨੀਤਿਕ ਨਕਸ਼ਾ, ਜਿਸ ਵਿੱਚ ਹੱਦਾਂ ਦਿਖਾਈਆਂ ਜਾਂਦੀਆਂ ਨੇ। ਬਾਕੀ ਜੋ ਆ ਭਾਰਤ ਦਾ ਰਾਜਨੀਤਿਕ ਨਕਸ਼ਾ ਜੀ, ਇਹ ਤੁਹਾਡੇ ਯਾਦ ਹੋਣਾ ਚਾਹੀਦਾ ਹੈ ਕਿ ਕਿਹੜੀ ਸਟੇਟ ਕਿੱਥੇ ਹੈ। ਜੇਕਰ ਆਪਣੇ ਜੀ ਭਾਰਤ ਦੇਸ਼ ਦੇ ਨਕਸ਼ਾ ਯਾਦ ਆ ਤਾਂ ਆਪਾਂ ਨੂੰ ਪਤਾ ਹੈ ਜੀ ਕਿਹੜੀ ਸਟੇਟ ਕਿੱਥੇ ਹੈ, ਅਤੇ ਆਪਾਂ ਨੂੰ ਜੀ ਅੱਗੇ ਹਿਸਟਰੀ ਪੜ੍ਹਨ 'ਚ ਅਤੇ ਜੋਗਰਾਫੀ ਪੜ੍ਹਨ 'ਚ ਜੀ ਬਹੁਤ ਸਹਾਇਕ ਹੁੰਦੀ ਹੈ। ਜੋਗਰਾਫੀ ਵਿੱਚ ਤੁਸੀਂ ਦੇਖੋਗੇ ਜੀ ਕਿ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਖਣਿਜ ਪਦਾਰਥ ਮਿਲਦੇ ਆ, ਉਦਯੋਗ ਲੱਗੇ ਹੋਏ ਆ। ਉਹਨਾਂ ਨੂੰ ਜੀ ਤੁਸੀਂ ਤਾਂ ਹੀ ਯਾਦ ਰੱਖ ਸਕਦੇ ਹੋ ਜੇਕਰ ਤੁਹਾਨੂੰ ਪਤਾ ਹੋਵੇ ਵੀ ਕਿਹੜੀ ਸਟੇਟ ਕਿੱਥੇ ਆ। ਅਤੇ ਇੱਦਾਂ ਹੀ ਆਪਾਂ ਹਿਸਟਰੀ 'ਚ ਦੇਖਾਂਗੇ ਜੀ ਕਿ ਵੱਖ-ਵੱਖ ਰਾਜਵੰਸ਼ਾਂ ਦਾ ਕਿੱਥੇ-ਕਿੱਥੇ ਅਧਿਕਾਰ ਸੀ, ਕਿੱਥੇ ਸ਼ਾਸਨ ਕਰਦੇ ਸੀ। ਫਿਰ ਆਪਾਂ ਦੇਖਦੇ ਹਾਂ ਜੀ ਕਿ ਅੰਗਰੇਜ਼ ਆਏ, ਉਹਨਾਂ ਨੇ ਕਿਹੜੀ-ਕਿਹੜੀ ਸਟੇਟ 'ਤੇ ਕਦੋਂ-ਕਦੋਂ ਕਬਜ਼ਾ ਕੀਤਾ। ਜੇਕਰ ਆਪਾਂ ਨੂੰ ਜੀ ਆਪਣੇ ਦੇਸ਼ ਦੀ ਨਕਸ਼ੇ ਦਾ ਪਤਾ ਹੈ ਨਾ, ਪਤਾ ਹੈ ਕਿਹੜੀ ਸਟੇਟ ਕਿੱਥੇ, ਅਤੇ ਆਪਾਂ ਨੂੰ ਇਹ ਯਾਦ ਰੱਖਣਾ ਬਹੁਤ ਆਸਾਨ ਹੋ ਜਾਂਦਾ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤੀਸਰੀ ਕਿਸਮ ਦੀ। ਇਸ ਨਕਸ਼ੇ ਨੂੰ ਕਿਹਾ ਜਾਂਦਾ ਹੈ ਜੀ ਥੀਮੈਟਿਕ ਨਕਸ਼ਾ। ਇਸ ਨਕਸ਼ੇ ਵਿੱਚ ਕੀ ਖਾਸ ਗੱਲ ਹੈ ਜੀ, ਇਸ ਵਿੱਚ ਹੁੰਦਾ ਹੈ ਜੀ ਕਿਸੇ ਦੇਸ਼ ਦੀਆਂ ਸੜਕਾਂ, ਵਣ, ਵਿਸ਼ੇਸ਼ ਉਦਯੋਗ ਖੇਤਰ ਦਿਖਾਉਣਾ ਜੀ, ਕੋਈ ਵਰਖਾ ਖੇਤਰ ਦਿਖਾਉਣਾ। ਇਹ ਦਿਖਾਉਣਾ ਕਿ ਜੀ ਕਿਸ ਕਿਸਮ ਦੀ ਮਿੱਟੀ ਕਿਹੜੀ ਜਗ੍ਹਾ ਤੋਂ ਪ੍ਰਾਪਤ ਹੁੰਦੀ ਹੈ। ਜਿਸ ਨਕਸ਼ੇ ਵਿੱਚ ਜੀ ਇਸ ਤਰ੍ਹਾਂ ਦਾ ਆਪਾਂ ਨੂੰ ਡਾਟਾ ਮਿਲਦਾ, ਇਸ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ, ਉਸ ਨੂੰ ਥੀਮੈਟਿਕ ਨਕਸ਼ਾ ਕਿਹਾ ਜਾਂਦਾ ਹੈ ਜੀ। ਜਿਵੇਂ ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ ਜੀ ਕਿ ਭਾਰਤ 'ਚੋਂ ਕਿਹੜੇ ਧਾਤੂ ਖਣਿਜ ਪ੍ਰਾਪਤ ਹੁੰਦੇ ਆ, ਉਹਨਾਂ ਨੂੰ ਦਰਸਾਇਆ ਗਿਆ ਹੈ। ਇਸ ਵਿੱਚ ਕਿਸੇ ਸਟੇਟ ਬਾਰੇ ਜ਼ਿਆਦਾ ਜਾਣਕਾਰੀ ਨਹੀਂ, ਬਸ ਇਹ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਜਗ੍ਹਾ ਤੋਂ ਜੀ ਕੀ ਪ੍ਰਾਪਤ ਹੁੰਦਾ ਹੈ। ਉਸ ਦੀ ਕੋਈ ਜ਼ਿਆਦਾ ਰਾਜਨੀਤਿਕ ਹੱਦ ਨਹੀਂ ਦਿਖਾਈ ਜਾਂਦੀ ਜੀ। ਇਸ ਪ੍ਰਕਾਰ ਦੇ ਨਕਸ਼ੇ ਨੂੰ ਆਪਾਂ ਥੀਮੈਟਿਕ ਨਕਸ਼ਾ ਕਹਿੰਦੇ ਹਾਂ ਜੀ। ਅਤੇ ਜੀਓਗ੍ਰਾਫੀ ਵਿੱਚ ਜੀ ਆਪਾਂ ਥੀਮੈਟਿਕ ਨਕਸ਼ੇ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਾਂ। ਕਈ ਵਾਰ ਆਪਾਂ ਦਿਖਾਉਂਦੇ ਹਾਂ ਜੀ ਕਿ ਕੋਈ ਉਦਯੋਗ ਕਿੱਥੇ ਲੱਗਿਆ ਹੋਇਆ ਹੈ, ਉਹ ਵੀ ਥੀਮੈਟਿਕ ਨਕਸ਼ੇ ਰਾਹੀਂ ਦਿਖਾਇਆ ਜਾਂਦਾ ਹੈ ਜੀ। ਕੋਈ ਵੀ ਉਹ ਨਕਸ਼ਾ ਜੀ ਜੋ ਕੋਈ ਵਿਸ਼ੇਸ਼ ਜਾਣਕਾਰੀ ਪ੍ਰਦਾਨ ਕਰਦਾ ਹੋਵੇ, ਉਸ ਨੂੰ ਥੀਮੈਟਿਕ ਨਕਸ਼ਾ ਕਿਹਾ ਜਾਂਦਾ ਹੈ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਜੀ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਅਤੇ ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਨਕਸ਼ਿਆਂ ਦੀਆਂ ਕਿਸਮਾਂ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਜੀ ਨਕਸ਼ਿਆਂ ਦੇ ਭਾਗ, ਜਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜੀ ਨਕਸ਼ਿਆਂ ਦੇ ਘਟਕ, ਕੰਪੋਨੈਂਟਸ ਆਫ ਮੈਪਸ। ਇਹ ਕਿਹੜੇ ਹੈ ਜੀ, ਇਹਨਾਂ ਬਾਰੇ ਗੱਲ ਕਰਦੇ ਹਾਂ। ਇਹਨਾਂ ਵਿੱਚ ਪਹਿਲਾਂ ਆਉਂਦਾ ਹੈ ਜੀ ਦੂਰੀ ਯਾਨੀ ਕਿ ਡਿਸਟੈਂਸ, ਦੂਸਰਾ ਹੈ ਜੀ ਦਿਸ਼ਾ ਯਾਨੀ ਕਿ ਡਾਇਰੈਕਸ਼ਨਸ, ਤੀਸਰਾ ਹੁੰਦਾ ਹੈ ਜੀ ਪ੍ਰਤੀਕ ਚਿੰਨ੍ਹ ਯਾਨੀ ਕਿ ਸਿੰਬਲਸ। ਇਹਨਾਂ ਦੀ ਵਰਤੋਂ ਰਾਹੀਂ ਜੀ ਕਿਸੇ ਮੈਪ ਨੂੰ ਆਪਾਂ ਬਣਾ ਸਕਦੇ ਹਾਂ, ਅਤੇ ਕਿਸੇ ਮੈਪ ਦੇ ਵਿੱਚ ਇਹ ਤਿੰਨੋਂ ਭਾਗ ਮੌਜੂਦ ਹੁੰਦੇ ਆ ਜੀ। ਆਪਾਂ ਨੂੰ ਇਹਨਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਮੈਪ ਨੂੰ ਬਣਾਉਣ ਵਾਸਤੇ ਵੀ ਅਤੇ ਮੈਪ ਨੂੰ ਪੜ੍ਹਨ ਵਾਸਤੇ ਵੀ। ਆਓ ਜੀ ਹੁਣ ਆਪਾਂ ਇਹ ਘਟਕ ਦੇਖਦੇ ਹਾਂ। ਨਕਸ਼ੇ ਦੇ ਘਟਕਾਂ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਦੂਰੀ ਯਾਨੀ ਕਿ ਡਿਸਟੈਂਸ। ਆਪਾਂ ਨੂੰ ਪਤਾ ਹੈ ਜੀ ਕਿ ਜੋ ਨਕਸ਼ਾ ਹੁੰਦਾ ਹੈ ਇਹ ਅਸਲੀ ਧਰਤੀ ਦਾ ਹੀ ਜੀ ਇੱਕ ਪ੍ਰਤੀਰੂਪ ਹੁੰਦਾ ਹੈ।
ਇਸ ਵਿੱਚ ਵੀ ਜੀ ਹਰ ਦੇਸ਼ ਜਾਂ ਮਹਾਦੀਪ ਨੂੰ ਅਸਲੀ ਅਨੁਪਾਤ ਦੇ ਅਨੁਸਾਰ ਹੀ ਛੋਟਾ ਕੀਤਾ ਜਾਂਦਾ ਹੈ ਜੀ। ਮਤਲਬ ਕਿ ਸਾਰੇ ਮਹਾਦੀਪਾਂ ਵਿੱਚੋਂ ਜਿਹੜਾ ਮਹਾਦੀਪ ਵੱਡਾ ਹੈ ਉਸ ਨੂੰ ਜੀ ਨਕਸ਼ੇ ਵਿੱਚ ਵੀ ਵੱਡਾ ਦਿਖਾਇਆ ਜਾਂਦਾ ਹੈ, ਅਤੇ ਉਸ ਦੇ ਅਨੁਪਾਤ ਵਿੱਚ ਦੂਸਰੇ ਮਹਾਦੀਪ ਕਿੰਨੇ ਛੋਟੇ ਆ ਜਾਂ ਬਾਕੀ ਦੇਸ਼ ਕਿੰਨੇ ਛੋਟੇ ਆ ਅਸਲ ਵਿੱਚ, ਉਵੇਂ ਹੀ ਜੀ ਨਕਸ਼ੇ ਵਿੱਚ ਉਹਨਾਂ ਨੂੰ ਦਿਖਾਇਆ ਜਾਂਦਾ ਹੈ। ਨਕਸ਼ੇ ਵਿੱਚ ਵੀ ਉਹਨਾਂ ਨੂੰ ਉਸੇ ਅਨੁਪਾਤ ਵਿੱਚ ਛੋਟਾ ਕੀਤਾ ਜਾਂਦਾ ਹੈ। ਹੁਣ ਜੀ ਜੇ ਆਪਾਂ ਗੱਲ ਕਰੀਏ ਵੀ ਪੈਮਾਨਾ ਕੀ ਹੁੰਦਾ ਹੈ, ਪੈਮਾਨਾ ਉਹ ਮਾਪਕ ਯੰਤਰ ਹੁੰਦਾ ਹੈ ਜੀ ਜਿਸ ਦੇ ਆਧਾਰ 'ਤੇ ਕਿਸੇ ਵੱਡੀ ਭੂ ਆਕ੍ਰਿਤੀ ਨੂੰ ਛੋਟਾ ਕੀਤਾ ਜਾਂਦਾ ਹੈ। ਜਿਵੇਂ ਨਕਸ਼ੇ ਵਿੱਚ ਦਿਖਾਇਆ ਜਾਂਦਾ ਹੈ ਜੀ, ਹਜ਼ਾਰਾਂ ਲੱਖਾਂ ਕਿਲੋਮੀਟਰ ਨੂੰ ਕੁਝ ਕੁ ਸੈਂਟੀਮੀਟਰਾਂ ਵਿੱਚ ਦਰਸਾ ਦਿੱਤਾ ਜਾਂਦਾ ਹੈ। ਆਪਾਂ ਜਾਣਦੇ ਹਾਂ ਜੀ ਕਿ ਨਕਸ਼ੇ ਵਿੱਚ ਦੋ ਮਹਾਦੀਪਾਂ ਦੇ ਵਿੱਚ 5 ਜਾਂ 10 ਸੈਂਟੀਮੀਟਰ ਦਾ ਫਰਕ ਹੁੰਦਾ ਹੈ। ਉਹਨਾਂ ਨੂੰ ਛੋਟਾ ਕੀਤਾ ਜਾਂਦਾ, ਉਹਨਾਂ ਦੇ ਜੋ ਵਿਚਕਾਰ ਫਾਸਲਾ ਹੁੰਦਾ ਹੈ ਉਸ ਨੂੰ ਵੀ ਘੱਟ ਕੀਤਾ ਜਾਂਦਾ ਹੈ। ਇਸ ਲਈ ਜੀ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ। ਮੰਨ ਲਓ ਕਿ ਜੇ 10,000 ਕਿਲੋਮੀਟਰ ਦੋ ਮਹਾਦੀਪਾਂ ਦੇ ਵਿੱਚ ਫਰਕ ਹੈ, ਪੈਮਾਨੇ ਦੀ ਵਰਤੋਂ ਕਰਕੇ ਉਹਨੂੰ ਸਿਰਫ 10 ਸੈਂਟੀਮੀਟਰ ਰਾਹੀਂ ਦਰਸਾ ਸਕਦੇ ਆ, ਜਾਂ ਵੱਖ-ਵੱਖ ਜੋ ਵੀ ਇੱਕ ਐਗਜ਼ਾਮਪਲ ਹੈ ਜੀ ਇਹ ਹੁੰਦਾ ਹੈ ਜੀ ਪੈਮਾਨਾ। ਹੁਣ ਆਪਾਂ ਦੇਖਣਾ ਜੀ ਕਿ ਪੈਮਾਨਾ ਕਿਸ ਟਾਈਪ ਦਾ ਹੁੰਦਾ ਹੈ। ਪੈਮਾਨਾ ਦੋ ਟਾਈਪ ਦਾ ਹੁੰਦਾ ਹੈ, ਛੋਟਾ ਪੈਮਾਨਾ ਅਤੇ ਵੱਡਾ ਪੈਮਾਨਾ। ਇਹ ਕੀ ਹੁੰਦੇ ਆ ਜੀ, ਇਹਨਾਂ ਨੂੰ ਆਪਾਂ ਜਾਣਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਛੋਟੇ ਪੈਮਾਨੇ ਦੀ। ਛੋਟਾ ਪੈਮਾਨਾ ਉਹ ਹੁੰਦਾ ਹੈ ਜੀ ਜਦੋਂ ਕਿਸੇ ਵੱਡੇ ਭੂ ਆਕਾਰ ਨੂੰ ਦਿਖਾਉਣਾ ਹੋਵੇ, ਚਾਹੇ ਪੂਰੇ ਸੰਸਾਰ ਦਾ ਨਕਸ਼ਾ ਬਣਾਉਣਾ ਹੋਵੇ ਜਾਂ ਕਿਸੇ ਮਹਾਦੀਪ ਦਾ ਜੀ, ਉਦੋਂ ਛੋਟੇ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਕੀ ਹੁੰਦਾ ਹੈ ਜੀ, ਇੱਕ ਉਦਾਹਰਨ ਰਾਹੀਂ ਸਮਝ ਸਕਦੇ ਹਾਂ ਆਪਾਂ। ਮੰਨ ਲਓ ਕਿ ਜੀ ਦੋ ਮਹਾਦੀਪਾਂ ਦੇ ਵਿੱਚ 5,000 ਕਿਲੋਮੀਟਰ ਦਾ ਫਾਸਲਾ ਹੈ। ਹੁਣ ਇਸ ਫਾਸਲੇ ਨੂੰ ਜੀ ਇੱਕ ਪੇਪਰ 'ਤੇ ਦਰਸਾਉਣ ਲਈ ਇਸ ਪੈਮਾਨੇ ਅਨੁਸਾਰ ਮੰਨ ਲਓ ਕਿ ਜੀ 5 ਸੈਂਟੀਮੀਟਰ ਬਰਾਬਰ ਹੈ 5,000 ਕਿਲੋਮੀਟਰ ਲਿਖਿਆ ਜਾਂਦਾ ਹੈ। ਅਤੇ ਇੱਥੇ ਕੀ ਆ ਜੀ 5 ਸੈਂਟੀਮੀਟਰ ਲਈ ਬਹੁਤ ਜ਼ਿਆਦਾ ਇੱਕ ਵੱਡੀ ਦੂਰੀ ਨੂੰ ਬਰਾਬਰ ਮੰਨਿਆ ਗਿਆ ਉਹਦੇ। ਇਸ ਪੈਮਾਨੇ ਨੂੰ ਕਿਹਾ ਜਾਂਦਾ ਹੈ ਜੀ ਛੋਟਾ ਪੈਮਾਨਾ। ਇਹ ਉਲਟ ਹੁੰਦਾ ਹੈ ਜੀ, ਜੇ ਵੱਡੀ ਜਗ੍ਹਾ ਲਈ ਛੋਟੇ ਪੈਮਾਨੇ ਦੀ ਵਰਤੋਂ ਕੀਤੀ ਜਾਊਗੀ, ਵੱਧ ਦੂਰੀ ਲਈ ਛੋਟੇ ਪੈਮਾਨੇ ਦੀ ਵਰਤੋਂ ਕੀਤੀ ਜਾਊਗੀ। ਹੁਣ ਆਪਾਂ ਜਾਣਦੇ ਹਾਂ ਜੀ ਵੱਡਾ ਪੈਮਾਨਾ ਕੀ ਹੈ। ਇਸ ਵਿੱਚ ਕੀ ਹੁੰਦਾ ਹੈ ਜੀ, ਕਿਸੇ ਇੱਕ ਸ਼ਹਿਰ ਜਾਂ ਪਿੰਡ ਦਾ ਨਕਸ਼ਾ ਬਣਾਇਆ ਜਾਂਦਾ ਹੈ ਜੀ। ਇਸ ਵਿੱਚ ਏਰੀਆ ਛੋਟਾ ਹੁੰਦਾ ਹੈ, ਪਰ ਉਸ ਲਈ ਜੋ ਪੈਮਾਨਾ ਵਰਤਿਆ ਜਾਂਦਾ ਹੈ ਜੀ ਉਸ ਨੂੰ ਵੱਡਾ ਪੈਮਾਨਾ ਕਿਹਾ ਜਾਂਦਾ ਹੈ। ਇਸ ਨੂੰ ਵੀ ਇੱਕ ਉਦਾਹਰਨ ਰਾਹੀਂ ਸਮਝਦੇ ਹਾਂ ਜੀ। ਮੰਨ ਲਓ ਕਿ ਆਪਾਂ ਜੀ 500 ਮੀਟਰ ਦੀ ਇੱਕ ਦੂਰੀ ਨੂੰ ਦਰਸਾਉਣਾ, ਇਸ ਪੈਮਾਨੇ ਵਿੱਚ ਕੀ ਹੋਏਗਾ ਜੀ, ਵੱਡੇ ਪੈਮਾਨੇ ਵਿੱਚ 5 ਸੈਂਟੀਮੀਟਰ ਲਿਖਿਆ ਜਾਏਗਾ 500 ਮੀਟਰ ਲਈ। ਅਤੇ ਇੱਥੇ ਕੀ ਹੋ ਜਾਂਦਾ ਹੈ ਜੀ, ਜੋ ਵੱਡਾ ਪੈਮਾਨਾ ਹੁੰਦਾ ਹੈ ਛੋਟੀ ਜਗ੍ਹਾ ਨੂੰ ਦਰਸਾਉਣ ਲਈ ਬਣਾਇਆ ਜਾਂਦਾ ਹੈ ਜੀ। ਇਸ ਵਿੱਚ ਜੋ ਪੈਮਾਨੇ ਦੇ ਸੈਂਟੀਮੀਟਰ ਆ ਉਹ ਇਕੁਅਲ ਹੁੰਦੇ ਆ ਜੀ ਥੋੜ੍ਹੀ ਦੂਰੀ ਦੇ, ਪਰ ਇਸ ਨੂੰ ਬੋਲਿਆ ਜਾਂਦਾ ਹੈ ਜੀ ਵੱਡਾ ਪੈਮਾਨਾ। ਹੁਣ ਇੱਥੋਂ ਯਾਦ ਰੱਖੋ ਜੀ, ਜੇਕਰ ਆਪਾਂ ਕਿਸੇ ਵੱਡੇ ਭੂ ਭਾਗ ਨੂੰ ਚਾਹੇ ਮਹਾਦੀਪ ਜਾਂ ਦੇਸ਼ ਨੂੰ ਦਰਸਾਉਣਾ ਤਾਂ ਆਪਾਂ ਛੋਟੇ ਪੈਮਾਨੇ ਦੀ ਵਰਤੋਂ ਕਰਾਂਗੇ। ਜੇ ਆਪਾਂ ਕਿਸੇ ਛੋਟੇ ਭਾਗ ਨੂੰ ਚਾਹੇ ਇੱਕ ਸ਼ਹਿਰ ਨੂੰ, ਕਸਬੇ ਨੂੰ ਜਾਂ ਇੱਕ ਪਿੰਡ ਨੂੰ ਦਰਸਾਉਣਾ ਤਾਂ ਉਸ ਲਈ ਜਿਸ ਪੈਮਾਨੇ ਦੀ ਵਰਤੋਂ ਕੀਤੀ ਜਾਂਦੀ ਹੈ ਜੀ ਉਸ ਨੂੰ ਕਿਹਾ ਜਾਂਦਾ ਹੈ ਵੱਡਾ ਪੈਮਾਨਾ। ਵੱਡਾ ਅਤੇ ਛੋਟੇ ਪੈਮਾਨੇ ਵਿੱਚ ਕੀ ਅੰਤਰ ਹੈ ਜੀ, ਇਸ ਨੂੰ ਤੁਸੀਂ ਅੱਗੇ ਵਾਲੀ ਸਲਾਈਡ ਦੇ ਡਾਇਗਰਾਮਾਂ ਰਾਹੀਂ ਵਧੀਆ ਤਰੀਕੇ ਸਮਝ ਸਕਦੇ ਹੋ। ਆਓ ਜੀ ਹੁਣ ਆਪਾਂ ਉਹ ਡਾਇਗਰਾਮ ਦੇਖਦੇ ਹਾਂ ਅਤੇ ਉਸ ਤੋਂ ਤੁਹਾਨੂੰ ਇਹ ਡਿਫਰੈਂਸ ਸਮਝ ਆ ਜਾਏਗਾ ਜੀ ਕਿ ਵੱਡਾ ਪੈਮਾਨਾ ਕੀ ਹੈ ਅਤੇ ਛੋਟਾ ਪੈਮਾਨਾ ਕੀ ਹੈ। ਛੋਟੇ ਪੈਮਾਨੇ ਅਤੇ ਵੱਡੇ ਪੈਮਾਨੇ ਦੇ ਡਿਫਰੈਂਸ ਨੂੰ ਸਮਝਣ ਲਈ ਜੀ ਆ ਚਿੱਤਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇੱਥੇ ਤੁਸੀਂ ਦੇਖੋ ਜੀ, ਪਹਿਲਾਂ ਛੋਟਾ ਪੈਮਾਨਾ। ਛੋਟੇ ਪੈਮਾਨੇ ਵਾਲੇ ਡਾਇਗਰਾਮ 'ਚ ਕੀ ਹੈ ਜੀ, ਪੂਰੇ ਸੰਸਾਰ ਦਾ ਮੈਪ ਦਿਖਾਇਆ ਗਿਆ ਹੈ। ਇਸ ਵਿੱਚ ਵੱਖ-ਵੱਖ ਮਹਾਦੀਪ ਦਰਸਾਏ ਗਏ ਆ। ਹੁਣ ਇਹ ਮਹਾਦੀਪਾਂ 'ਚ ਕੀ ਹੈ ਜੀ, ਇਹਨਾਂ ਦੇ ਵਿਚਕਾਰ ਦੀ ਦੂਰੀ ਨੂੰ ਦਰਸਾਉਣ ਲਈ ਜਿਸ ਪੈਮਾਨੇ ਦੀ ਵਰਤੋਂ ਕੀਤੀ ਗਈ ਆ ਉਸ ਨੂੰ ਕਿਹਾ ਗਿਆ ਛੋਟਾ ਪੈਮਾਨਾ। ਇਸ ਦੇ ਵਿੱਚ ਕੀ ਹੋਊਗਾ ਜੀ, 1 ਸੈਂਟੀਮੀਟਰ ਇਕੁਅਲ ਹੋਊਗਾ ਕਾਫੀ ਲੰਮੀ ਦੂਰੀ ਦੇ, ਮੰਨ ਲਓ 1000 ਕਿਲੋਮੀਟਰ ਦੇ ਬਰਾਬਰ। ਅਤੇ ਜੇ ਹੁਣ ਆਪਾਂ ਦੇਖਦੇ ਹਾਂ ਜੀ ਵੱਡਾ ਪੈਮਾਨਾ, ਇਸ ਵਿੱਚ ਕੀ ਹੈ ਜੀ, ਸਿਰਫ ਇੱਕ ਬਠਿੰਡੇ ਸ਼ਹਿਰ ਦੀ ਗੱਲ ਕੀਤੀ ਗਈ ਆ। ਇਹ ਬਠਿੰਡੇ ਸ਼ਹਿਰ ਦਾ ਮੈਪ ਆ ਜੀ। ਇਸ ਵਿੱਚ ਕੀ ਹੋਏਗਾ ਜੀ, ਜੋ ਪੈਮਾਨੇ ਦਾ 1 ਸੈਂਟੀਮੀਟਰ ਇਕੁਅਲ ਹੋਏਗਾ ਜੀ ਥੋੜ੍ਹੀ ਦੂਰੀ ਦੇ, ਮੰਨ ਲਓ 1 ਕਿਲੋਮੀਟਰ ਦੇ ਬਰਾਬਰ ਹੋਏਗਾ। ਹੁਣ ਇੱਥੇ ਆਪਾਂ ਨੂੰ ਜੀ ਵਧੀਆ ਤਰੀਕੇ ਕਲੀਅਰ ਹੋ ਜਾਂਦਾ ਛੋਟੇ ਪੈਮਾਨੇ ਅਤੇ ਵੱਡੇ ਪੈਮਾਨੇ ਦਾ ਡਿਫਰੈਂਸ। ਯਾਦ ਰੱਖੋ ਜੀ, ਜੇ ਵੱਡੇ ਭੂ ਭਾਗ ਨੂੰ ਦਰਸਾਉਣਾ ਤਾਂ ਫਿਰ ਉੱਥੇ ਛੋਟੇ ਪੈਮਾਨੇ ਦੀ ਵਰਤੋਂ ਹੋਊਗੀ। ਜੇ ਛੋਟੇ ਭੂ ਭਾਗ ਦਾ ਨਕਸ਼ਾ ਬਣਾਉਣਾ ਹੈ ਤਾਂ ਵੱਡੇ ਪੈਮਾਨੇ ਦੀ ਵਰਤੋਂ ਹੋਊਗੀ ਜੀ। ਮੈਪਸ ਦਾ ਦੂਸਰਾ ਕੰਪੋਨੈਂਟ ਹੁੰਦਾ ਹੈ ਜੀ ਡਾਇਰੈਕਸ਼ਨ। ਆਓ ਜਾਣਦੇ ਹਾਂ ਜੀ ਹੁਣ ਇਹ ਡਾਇਰੈਕਸ਼ਨ ਕੀ ਹੁੰਦੇ ਆ। ਨਕਸ਼ੇ ਨੂੰ ਸਮਝਣ ਲਈ ਅਤੇ ਜੀ ਬਣਾਉਣ ਲਈ ਡਾਇਰੈਕਸ਼ਨਸ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਆਪਾਂ ਨੂੰ ਦਿਸ਼ਾਵਾਂ ਦਾ ਪਤਾ ਹੋਣਾ ਚਾਹੀਦਾ ਹੈ, ਤਾਂ ਹੀ ਆਪਾਂ ਨਕਸ਼ੇ ਨੂੰ ਪੜ੍ਹ ਸਕਦੇ ਹਾਂ ਜੀ, ਅਤੇ ਤਾਂ ਹੀ ਕਿਸੇ ਨਕਸ਼ੇ ਨੂੰ ਸਹੀ ਤਰੀਕੇ ਬਣਾਇਆ ਜਾ ਸਕਦਾ ਹੈ ਜੇ ਉਸ ਦੇ ਵਿੱਚ ਦਿਸ਼ਾਵਾਂ ਨੂੰ ਦਰਸਾਇਆ ਗਿਆ ਹੋਵੇ। ਆਮ ਤੌਰ 'ਤੇ ਜੀ 4 ਮੁੱਖ ਦਿਸ਼ਾਵਾਂ ਨੂੰ ਆਪਾਂ ਸਭ ਜਾਣਦੇ ਹਾਂ ਜੀ, ਉੱਤਰ, ਦੱਖਣ, ਪੱਛਮ ਅਤੇ ਪੂਰਬ ਨੂੰ। ਇਸ ਤੋਂ ਇਲਾਵਾ ਵੀ ਜੀ 4 ਦਿਸ਼ਾਵਾਂ ਹੋਰ ਹੁੰਦੀਆਂ ਜੋ ਇਸ ਡਾਇਗਰਾਮ ਵਿੱਚ ਦਰਸਾਈਆਂ ਗਈਆਂ ਜੀ। ਇਸ 'ਚ ਹੈ ਜੀ ਉੱਤਰ ਪੱਛਮ, ਉੱਤਰ ਪੂਰਬ,
ਤੇ ਇੱਕ ਹੈ ਜੀ ਦੱਖਣ ਪੱਛਮ ਤੇ ਦੱਖਣ ਪੂਰਬ। ਆਪਾਂ ਨੂੰ ਇਹ ਦਿਸ਼ਾਵਾਂ ਦਾ ਪਤਾ ਹੋਵੇ ਜੀ, ਫਿਰ ਹੀ ਆਪਾਂ ਕਿਸੇ ਨਕਸ਼ੇ ਨੂੰ ਵਧੀਆ ਤਰੀਕੇ ਨਾਲ ਪੜ੍ਹ ਸਕਦੇ ਹਾਂ ਤੇ ਆਪਾਂ ਨੂੰ ਪਤਾ ਲੱਗ ਸਕਦਾ ਹੈ ਜੀ ਕਿ ਨਕਸ਼ੇ 'ਚ ਜੋ ਦਰਸਾਇਆ ਗਿਆ ਹੈ ਉਹ ਅਸਲ ਵਿੱਚ ਕਿੱਥੇ ਹੈ, ਕਿਸ ਦਿਸ਼ਾ ਵਿੱਚ ਹੈ ਜੀ। ਉਹ ਉੱਤਰ ਵਿੱਚ ਹੈ, ਦੱਖਣ ਵਿੱਚ ਹੈ, ਪੂਰਬ ਵਿੱਚ ਹੈ ਜਾਂ ਪੱਛਮ ਵਿੱਚ। ਆਪਾਂ ਨੂੰ ਫਿਰ ਹੀ ਪਤਾ ਲੱਗ ਸਕਦਾ ਜੇਕਰ ਆਪਾਂ ਨੂੰ ਦਿਸ਼ਾਵਾਂ ਦਾ ਪਤਾ ਹੋਵੇ। ਇਹ ਇੱਕ ਜੀ ਨਕਸ਼ੇ ਦਾ ਬਹੁਤ ਪ੍ਰਮੁੱਖ ਕੰਪੋਨੈਂਟ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਤੀਸਰੇ ਕੰਪੋਨੈਂਟ ਬਾਰੇ, ਜੋ ਕਿ ਹੈ ਪ੍ਰਤੀਕ ਚਿੰਨ੍ਹ, ਜਿਸ ਨੂੰ ਕਿਹਾ ਜਾਂਦਾ ਹੈ ਸਿੰਬਲ। ਪ੍ਰਤੀਕ ਚਿੰਨ੍ਹਾਂ ਦੀ ਵਰਤੋਂ ਨਾਲ ਹੀ ਜੀ ਮੈਪ ਦੇ ਵਿੱਚ ਵਧੇਰੇ ਜਾਣਕਾਰੀ ਨੂੰ ਦਰਸਾਇਆ ਜਾ ਸਕਦਾ। ਇਹ ਕਿਹੜੇ ਪ੍ਰਤੀਕ ਚਿੰਨ੍ਹ ਹੁੰਦੇ ਆ ਜੀ? ਇਹ ਹੁੰਦੇ ਆ ਜਿਵੇਂ ਕੋਈ ਸੜਕ ਨੂੰ ਦਰਸਾਉਣਾ, ਕੋਈ ਰੇਲਵੇ ਲਾਈਨ, ਨਦੀ, ਕਿਸੇ ਅੰਤਰਰਾਸ਼ਟਰੀ ਜਾਂ ਜ਼ਿਲ੍ਹੇ ਦੀ ਹੱਦ ਜਾਂ ਪ੍ਰਾਂਤ ਦੀ ਹੱਦ ਨੂੰ ਦਿਖਾਉਣਾ ਹੋਵੇ, ਘਰਾਂ ਨੂੰ ਦਿਖਾਉਣਾ ਹੋਵੇ ਜਾਂ ਰੁੱਖਾਂ ਨੂੰ ਜੀ। ਇਸ ਪ੍ਰਕਾਰ ਦੇ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ। ਇਹਨਾਂ ਨੂੰ ਕਿਹਾ ਜਾਂਦਾ ਹੈ ਪ੍ਰਤੀਕ ਚਿੰਨ੍ਹ। ਇਹ ਤੁਸੀਂ ਡਾਇਗਰਾਮ 'ਚ ਵੀ ਦੇਖ ਸਕਦੇ ਹੋ ਜੀ ਕਿ ਰੇਲਵੇ ਲਾਈਨ ਲਈ ਹੈ ਜੀ, ਕੋਈ ਵੱਡੀ ਰੇਲਵੇ ਲਾਈਨ ਆ ਤਾਂ ਉਹਦੇ ਵਾਸਤੇ ਜੀ ਕਿਸ ਟਾਈਪ ਦੀ ਇੱਕ ਪ੍ਰਤੀਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਆ। ਉਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਜੀ ਨਦੀ ਵਾਸਤੇ ਕਿਸ ਤਰ੍ਹਾਂ ਟਾਈਪ ਦਾ ਨਿਸ਼ਾਨ ਵਰਤਿਆ ਜਾਂਦਾ ਹੈ, ਤਲਾਬ ਵਾਸਤੇ ਕਿਸ ਟਾਈਪ ਦਾ ਪ੍ਰਤੀਕ ਚਿੰਨ੍ਹ ਹੈ ਜੀ, ਰੁੱਖਾਂ ਵਾਸਤੇ ਜਿਵੇਂ ਨੀਚੇ ਦਿਖਾਇਆ ਹੋਇਆ ਰੁੱਖ ਵਾਸਤੇ ਇਸ ਟਾਈਪ ਦੇ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਜੀ। ਬਸਤੀ ਲਈ ਆ, ਘਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ। ਇਸ ਟਾਈਪ ਦੇ ਪ੍ਰਤੀਕ ਚਿੰਨ੍ਹ ਹੁੰਦੇ ਆ ਅਤੇ ਤੁਸੀਂ ਕਿਸੇ ਵੀ ਭਾਸ਼ਾ ਦੇ ਮੈਪ 'ਚ ਦੇਖੋਗੇ ਸਾਰਿਆਂ 'ਚ ਪ੍ਰਤੀਕ ਚਿੰਨ੍ਹ ਜੀ ਇਹੀ ਵਰਤੇ ਜਾਣਗੇ। ਇਹ ਇੰਟਰਨੈਸ਼ਨਲ ਲੈਵਲ 'ਤੇ ਜੀ ਇੱਕੋ ਪ੍ਰਤੀਕ ਚਿੰਨ੍ਹ ਨੂੰ ਜੇ ਘਰ ਲਈ ਇੱਕ ਥਾਂ 'ਤੇ ਪ੍ਰਤੀਕ ਚਿੰਨ੍ਹ ਇੰਡੀਆ 'ਚ ਇਹ ਪ੍ਰਤੀਕ ਚਿੰਨ੍ਹ ਮੰਨਿਆ ਜਾਂਦਾ ਹੈ ਅਤੇ ਪੂਰੇ ਵਿਸ਼ਵ 'ਚ ਇਹੀ ਪ੍ਰਤੀਕ ਚਿੰਨ੍ਹ ਮੰਨਿਆ ਜਾਊਗਾ। ਇਸ ਤਰ੍ਹਾਂ ਜਿਹੜੀ ਭਾਸ਼ਾ ਨੂੰ ਆਪਾਂ ਨਹੀਂ ਵੀ ਜਾਣਦੇ ਜੀ, ਆਪਾਂ ਉਹ ਮੈਪ ਨੂੰ ਵੀ ਪੜ੍ਹ ਸਕਦੇ ਹਾਂ। ਉਹਦੇ 'ਚ ਵੀ ਆਪਾਂ ਇਹ ਪ੍ਰਤੀਕ ਚਿੰਨ੍ਹਾਂ ਨੂੰ ਦੇਖ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਜੀ ਕਿਸ ਵਿੱਚ ਕੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਹ ਜੋ ਪ੍ਰਤੀਕ ਚਿੰਨ੍ਹ ਹੈ ਇਸ ਦਾ ਕੀ ਮਤਲਬ ਹੈ ਅਤੇ ਇਹ ਕਿਸ ਜਗ੍ਹਾ 'ਤੇ ਮੌਜੂਦ ਹੈ। ਮੈਪ ਦੇ ਕੰਪੋਨੈਂਟਸ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਰੇਖਾ ਚਿੱਤਰ ਕੀ ਹੁੰਦਾ ਹੈ, ਜਿਸ ਨੂੰ ਸਕੈਚ ਕਿਹਾ ਜਾਂਦਾ ਹੈ। ਕਈ ਵਾਰੀ ਜੀ ਆਪਾਂ ਇੱਕ ਮੈਪ ਬਣਾ ਦਿੰਦੇ ਹਾਂ ਉਹ ਬਿਨਾਂ ਕਿਸੇ ਪੈਮਾਨੇ ਦੇ। ਮੰਨ ਲਓ ਵੀ ਕੋਈ ਆਪਾਂ ਰਸਤਾ ਦੱਸਣਾ ਹੈ ਜੀ ਕਿਸੇ ਨੂੰ, ਅਤੇ ਆਪਾਂ ਇੱਕ ਕਾਗਜ਼ ਦੇ ਉੱਪਰ ਵੈਸੇ ਹੀ ਲਾਈਨਾਂ ਲਗਾ ਕੇ ਦੱਸ ਦਿੰਦੇ ਹਾਂ ਵੀ ਜੀ ਇੱਥੋਂ ਤੁਸੀਂ ਸੱਜੇ ਜਾਣਾ, ਇੱਥੋਂ ਖੱਬੇ ਜਾਣਾ ਹੈ, ਆਹ ਗਲੀ ਛੱਡਣੀ ਹੈ ਅਤੇ ਇਸ ਤੋਂ ਅੱਗੇ ਤੁਸੀਂ ਜਾਓਗੇ ਤਾਂ ਤੁਹਾਨੂੰ ਉਹ ਜਗ੍ਹਾ ਮੌਜੂਦ ਮਿਲੂਗੀ ਜਿੱਥੇ ਤੁਸੀਂ ਜਾਣਾ ਹੈ ਜੀ। ਉਸ ਟਾਈਪ ਦਾ ਜੀ ਜੇ ਆਪਾਂ ਇੱਕ ਨਕਸ਼ਾ ਬਣਾਉਂਦੇ ਹਾਂ ਜਿਹਦੇ 'ਚ ਕਿਸੇ ਪੈਮਾਨੇ ਦੀ, ਕਿਸੇ ਮਿਣਤੀ ਦੀ ਵਰਤੋਂ ਨਹੀਂ ਕਰਦੇ, ਉਸ ਨੂੰ ਕਿਹਾ ਜਾਂਦਾ ਹੈ ਜੀ ਸਕੈਚ। ਹੁਣ ਆਪਾਂ ਜਾਣਦੇ ਹਾਂ ਜੀ ਖਾਕਾ ਕੀ ਹੁੰਦਾ ਹੈ। ਖਾਕਾ ਮੀਨਸ ਕਿ ਪਲਾਨ। ਜਦੋਂ ਕਿਸੇ ਛੋਟੇ ਭਾਗ ਜਿਵੇਂ ਕਿ ਜੀ ਘਰ ਜਾਂ ਕਮਰੇ ਦੇ ਕਮਰੇ ਨੂੰ ਇੱਕ ਪੈਮਾਨੇ ਅਨੁਸਾਰ ਬਣਾਇਆ ਜਾਂਦਾ ਹੈ ਜੀ, ਉਸ ਨੂੰ ਖਾਕਾ ਕਿਹਾ ਜਾਂਦਾ ਹੈ। ਜਿਵੇਂ ਕਿ ਆਪਾਂ ਘਰਾਂ ਦੇ ਜੀ ਡਿਜ਼ਾਇਨ ਬਣਵਾਉਂਦੇ ਹਾਂ, ਆਪਾਂ ਪਹਿਲਾਂ ਨਕਸ਼ਾ ਬਣਾਉਂਦੇ ਹਾਂ ਘਰ ਦਾ ਵੀ ਡਰਾਇੰਗ ਰੂਮ ਕਿੰਨਾ ਰੱਖਣਾ ਹੈ ਜੀ, ਜਾਂ ਕਿਸ ਟਾਈਪ ਦੇ ਰੂਮ ਹੋਣੇ ਚਾਹੀਦੇ ਆ, ਕਿੰਨੀ ਉਹਦੀ ਲੰਬਾਈ ਚੌੜਾਈ ਹੋਣੀ ਚਾਹੀਦੀ ਆ, ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਖਾਕਾ ਜਾਂ ਕਿਹਾ ਜਾਂਦਾ ਹੈ ਪਲਾਨ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਕਿ ਐਟਲਸ ਕੀ ਹੁੰਦਾ ਹੈ। ਨਕਸ਼ਿਆਂ ਦੇ ਸਮੂਹ ਨੂੰ ਐਟਲਸ ਕਿਹਾ ਜਾਂਦਾ ਹੈ ਜੀ। ਜੇ ਇੱਕ ਤੋਂ ਵਧੇਰੇ ਨਕਸ਼ੇ ਆ ਜੀ ਉਹਨਾਂ ਨੂੰ ਇੱਕ ਨੋਟਬੁੱਕ ਜਾਂ ਇੱਕ ਕਾਪੀ ਦੀ ਤਰ੍ਹਾਂ ਆਪਾਂ ਰੱਖਿਆ ਹੁੰਦਾ ਹੈ, ਇਕੱਠੇ ਨਕਸ਼ੇ ਹੁੰਦੇ ਆ ਸਾਰੇ ਉਸ ਦੇ ਵਿੱਚ, ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਐਟਲਸ। ਮੀਨਸ ਕਿ ਨਕਸ਼ਿਆਂ ਦੇ ਸਮੂਹ ਨੂੰ ਹੀ ਐਟਲਸ ਬੋਲਿਆ ਜਾਂਦਾ ਹੈ। ਇੱਕ ਨਕਸ਼ੇ ਨੂੰ ਆਪਾਂ ਸਿਰਫ ਮੈਪ ਜਾਂ ਨਕਸ਼ਾ ਕਹਿ ਸਕਦੇ ਹਾਂ। ਜੇ ਉਹ ਇੱਕ ਤੋਂ ਵਧੇਰੇ ਹੋਣਗੇ ਜਾਂ 5, 10 ਕਿੰਨੀ ਵੀ ਗਿਣਤੀ ਹੋ ਸਕਦੀ ਹੈ, ਫਿਰ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਜੀ ਐਟਲਸ। ਅਤੇ ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਬਾਰੇ ਜੀ ਕਮੈਂਟ ਜ਼ਰੂਰ ਕਰਨਾ। ਬਾਕੀ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤਾਂ ਜੀ ਉਹ ਕਮੈਂਟਾਂ 'ਚ ਜ਼ਰੂਰ ਪੁੱਛਣਾ, ਮੈਂ ਉਹਦਾ ਆਨਸਰ ਕਰਾਂਗਾ। ਇੱਥੇ ਹੀ ਸਮਾਪਤ ਹੁੰਦੀ ਹੈ ਜੀ ਆਪਣੀ ਅੱਜ ਦੀ ਇਹ ਵੀਡੀਓ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ। ਵੀਡੀਓ ਚੰਗੀ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਵੀਡੀਓ ਬਾਰੇ ਆਪਣੇ ਵਿਚਾਰ ਜੀ ਕਮੈਂਟਾਂ ਵਿੱਚ ਜ਼ਰੂਰ ਦੱਸੋ। ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਜੀ, ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਹੋਵੇ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਵੇ, ਤੁਸੀਂ ਕੋਈ ਵੀ ਵੀਡੀਓ ਨੂੰ ਮਿਸ ਨਾ ਕਰੋ। ਥੈਂਕ ਯੂ ਫॉर ਵਾਚਿੰਗ ਪੰਜਾਬ ਐਜੂਕੇਸ਼ਨ।